ਲਓ ਜੀ, ਅੱਜ ਗੱਲ ਕਰਦੇ ਹਾਂ ਮੇਰੀ ਆਪਣੀ, ਜੋ ਮੇਰੇ ਨਾਲ ਆਪ ਹੱਡ ਬੀਤੀ ਹੋਈ ਆ। 19 ਦਸੰਬਰ 2019 ਨੂੰ ਮੈਂ ਕੰਮ 'ਤੇ ਸੀਗਾ ਸਵੇਰੇ ਸਵੇਰੇ। ਤਾਂ ਕੰਮ ਕਰਦੇ ਹੋਏ ਸਟ੍ਰੋਕ ਹੋ ਗਿਆ ਮੈਨੂੰ। ਅਟੈਕ ਮਤਲਬ ਬ੍ਰੇਨ ਸਟ੍ਰੋਕ ਹੋਇਆ। ਜਦ ਬ੍ਰੇਨ ਸਟ੍ਰੋਕ ਹੋਇਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਖੱਬਾ ਪਾਸਾ ਜਿਹੜਾ ਨਾ ਉਹ ਕੰਮ ਕਰਨੋਂ ਹਟ ਗਿਆ। ਤਾਂ ਮੈਂ ਐਂਬੂਲੈਂਸ ਨੂੰ ਫ਼ੋਨ ਕੀਤਾ। ਮੇਰੀ ਆਵਾਜ਼ ਕਲੀਅਰ ਨਹੀਂ ਸੀ, ਬਿਲਕੁਲ ਵੀ ਆਵਾਜ਼ ਕਲੀਅਰ ਹੈ ਹੀ ਨਹੀਂ ਸੀ ਕਿ ਮੈਂ ਐਂਬੂਲੈਂਸ ਨੂੰ ਫ਼ੋਨ ਕਰੀ ਜਾਵਾਂ। ਉਹਨਾਂ ਨੂੰ ਮੇਰੀ ਗੱਲ ਸਮਝ ਨਾ ਲੱਗੇ, ਕਿਉਂਕਿ ਮੇਰੀ ਆਵਾਜ਼ ਮੰਬਲਿੰਗ ਕਰਦੀ ਸੀਗੀ, ਗੱਲ ਕਲੀਅਰ ਹੁੰਦੀ ਨਹੀਂ ਸੀ। ਅਤੇ ਉਹਨਾਂ ਨੂੰ ਮੈਂ ਕਹੀ ਜਾਵਾਂ ਕਿ ਮੈਨੂੰ ਇੱਦਾਂ ਸਟ੍ਰੋਕ ਹੋ ਗਿਆ ਅਤੇ ਮੈਂ ਡਿੱਗ ਗਿਆ, ਜੇ ਹੋ ਗਿਆ ਉਹ ਹੋ ਗਿਆ, ਉਹਨਾਂ ਨੂੰ ਸਮਝ ਨਾ ਲੱਗੇ। ਉਹ ਫਿਰ ਘਰ ਜਿੱਥੇ ਕੰਮ ਕਰਦੇ ਸੀ ਉਹਨਾਂ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਅਤੇ ਐਂਬੂਲੈਂਸ 1.5 ਘੰਟਾ ਉੱਦਣ ਲੇਟ ਹੋ ਗਈ। ਇਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਆ ਕਿ ਮੇਰੇ ਨਾਲ ਅਸਲ 'ਚ ਹੋਇਆ ਕੀ। 1.5 ਘੰਟਾ ਲੇਟ ਹੋਈ ਤਾਂ ਮੈਂ ਨਾ ਸਟਰੈਸ ਜਿਹੀ 'ਚ ਆ ਗਿਆ ਵੀ ਯਾਰ ਐਂਬੂਲੈਂਸ ਜੇ ਨਾ ਆਈ ਤਾਂ ਫਿਰ ਤਾਂ ਇੱਥੇ ਬਸ ਮਰ ਮੁੱਕ ਜਾਣਾ ਅੱਜ ਤਾਂ ਮੇਰੀ ਸਿਸਟਰ ਆ ਸ਼ਾਰਨ, ਇੱਥੇ ਯੂਕੇ ਦੇ ਵਿੱਚ। ਮੈਂ ਸ਼ਾਰਨ ਨੂੰ ਫ਼ੋਨ ਕੀਤਾ, ਉਹਨੂੰ ਮੈਂ ਦੱਸਿਆ ਕਿ ਉਹਨੂੰ ਪਤਾ ਸੀ ਮੈਂ ਕਿੱਥੇ ਕੰਮ ਕਰਦਾ। ਉਹਨੂੰ ਮੈਂ ਫ਼ੋਨ ਕੀਤਾ ਕਿ ਸ਼ਾਰਨ ਇੱਦਾਂ ਕਰਕੇ ਮੈਨੂੰ ਹੋ ਗਿਆ ਬ੍ਰੇਨ ਸਟ੍ਰੋਕ, ਵੀ ਮੈਂ ਨਾ ਐਂਬੂਲੈਂਸ ਨੂੰ ਫ਼ੋਨ ਕੀਤਾ, ਉਹਨਾਂ ਨੇ ਪਤਾ ਨਹੀਂ ਹਾਲੇ ਕਿੰਨਾ ਕੁ ਟਾਈਮ ਲਾਉਣਾ, ਬਈ ਇੱਥੇ ਆ ਜਾਈ। ਜੇ ਮੈਂ ਹੌਸਪੀਟਲ ਚਲ ਗਿਆ ਤਾਂ ਤੂੰ ਹੌਸਪੀਟਲ ਚਲ ਆ ਜਾਈ ਉੱਥੇ ਪਿੱਛੇ ਮੇਰੇ। ਉਹ ਬਾਹਰ ਸੀਗੀ ਉਸ ਦਿਨ, ਉਹ ਬਰਮਿੰਘਮ ਸੀਗੀ। ਅਤੇ ਮੈਂ ਜਦੋਂ ਐਂਬੂਲੈਂਸ ਵਿੱਚ ਬੈਠਾ ਤਾਂ ਮੈਂ ਨਾ ਪਰਮਾਤਮਾ ਦਾ ਨਾਮ ਲਿਆ, ਜਿਹੜਾ ਮੈਂ ਨਾਮ ਤਾਂ ਲਿਆ ਹੋਇਆ ਮੈਂ ਉਹਦਾ ਜਪਿਆ। ਅਤੇ ਨਾਲ ਦੀ ਨਾਲ ਮੈਂ ਮਹਾਰਾਜ ਦਾ ਜਪਜੀ ਸਾਹਿਬ ਦਾ ਪਾਠ ਕੀਤਾ। ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਵਿੱਚੋਂ ਸ਼ਬਦ ਪੜ੍ਹੇ 2-3 ਜਿਹੜੇ ਮੈਂ ਪੜ੍ਹਦਾ ਹੁਣ ਨੋਰਮਲੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਇੱਕ ਇਹ ਸ਼ਬਦ ਮੈਂ ਪੜ੍ਹਿਆ, ਆਪਣੇ ਦਿਮਾਗ ਵਿੱਚ ਪੜ੍ਹਦਾ ਜਾਂਦਾ। ਅਤੇ ਨਾਲ ਪੜ੍ਹਿਆ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮਤਲਬ ਇਹ ਸ਼ਬਦ ਮੈਂ ਪੜ੍ਹਦਾ ਹੋਇਆ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਜਾਂਦਾ ਕਿ ਹੇ ਪਰਮਾਤਮਾ, ਜੇ ਤਾਂ ਮੇਰੀ ਲਾਈਫ ਵਧੀ ਹੋਈ ਆ ਤਾਂ ਮੈਨੂੰ ਕੋਈ ਨਹੀਂ, ਬਚਾ ਲਈ। ਤੇਰੇ ਹੱਥ ਡੋਰ ਆ ਸਾਰੀ ਹੁਣ। ਅਤੇ ਜੇ ਨਹੀਂ ਕੋਈ ਮੇਰਾ ਕੰਮ ਰਹਿੰਦਾ ਇੱਥੇ ਇਸ ਦੁਨੀਆ 'ਤੇ ਕਰਨ ਵਾਲਾ, ਜਾਂ ਕੋਈ ਮੇਰੀ ਜ਼ਿੰਦਗੀ ਹੈਗੀ ਆ, ਤਾਂ ਫਿਰ ਤੂੰ ਮੈਨੂੰ ਮੇਰੀ ਜਾਨ ਨੂੰ ਬਖਸ਼ ਦੇਈਂ। ਚਲੋ ਹੌਸਪੀਟਲ ਪਹੁੰਚ ਗਈ ਐਂਬੂਲੈਂਸ ਇੰਨੀ ਦੇਰ ਨੂੰ। ਮੈਨੂੰ ਇੰਨਾ ਯਾਦ ਹੈ ਕਿ ਡਾਕਟਰ ਨੇ ਮੈਨੂੰ ਪੁੱਛਿਆ ਐਮਰਜੈਂਸੀ ਵਿੱਚ ਕਿ ਕੀ ਹੋਇਆ, ਉਹਨੂੰ ਮੈਂ ਦੱਸਿਆ ਕੀ ਹੋਇਆ। ਇੱਥੋਂ ਗੱਲ ਸੁਣਨੇ ਵਾਲੀ ਆ। ਡਾਕਟਰ ਨੂੰ ਮੈਂ ਦੱਸਿਆ ਕਿ ਆਹ ਗੱਲ ਹੋਈ, ਮੈਨੂੰ ਸਟ੍ਰੋਕ ਹੋ ਗਿਆ, ਇੱਦਾਂ ਬ੍ਰੇਨ ਸਟ੍ਰੋਕ ਹੋਇਆ। ਡਾਕਟਰ ਕਹਿੰਦਾ ਕੋਈ ਗੱਲ ਨਹੀਂ, ਤੂੰ ਹੋ ਜਾਣਾ ਠੀਕ, ਤੂੰ ਆ, ਕੋਈ ਨਹੀਂ। ਮੇਰੀ ਉਹ ਜਿਹੜੀ ਸੀਗੀ ਨਾ ਆਪਣਾ ਸਟਰੈਚਰ, ਉਹ ਅੰਦਰ ਨੂੰ ਜਦੋਂ ਲੈ ਕੇ ਗਏ ਆ ITU ਦੇ ਵਿੱਚ, ਜਿਹਨੂੰ ਆਪਾਂ ICU ਕਹਿ ਦਿੰਦੇ ਹਾਂ, ਤਾਂ ਮੈਂ ਰੱਬ ਕਰਦਾ, ਅਰਦਾਸ ਕਰਦਾ ਜਾਂਦਾ। ਉਸ ਵੇਲੇ ਤੱਕ ਮੈਨੂੰ ਹੋਸ਼ ਸੀਗੀ ਪੂਰੀ। ਉੱਧਰੋਂ ਮੈਂ ਬੇਹੋਸ਼ ਹੋ ਗਿਆ। ਇਹ ਬੇਹੋਸ਼ ਹੋਣ ਦੀ ਹੁਣ ਗੱਲ ਆ। ਉੱਧਰੋਂ ਮੈਂ ਬੇਹੋਸ਼ ਹੋਇਆ, ਮੈਂ ਮਤਲਬ ਇੱਕ ਸੁਪਨੇ ਵਿੱਚ ਚਲ ਗਿਆ, ਬੇਹੋਸ਼ ਹੋ ਕੇ ਨੀਂਦ ਵਿੱਚ ਚਲ ਗਿਆ, ਸੁਪਨੇ ਵਿੱਚ ਚਲ ਗਿਆ। ਅਤੇ ਸੁਪਨੇ ਵਿੱਚ ਕੀ ਦੇਖਦਾ ਕਿ ਮੈਂ ਆਪਣੇ ਡੇਰਾ ਬੱਲਾ ਸੰਤ ਸਰਬਰਾਸ ਮਹਾਰਾਜ ਦੀ ਮੂਰਤੀ ਅੱਗੇ ਖੜ੍ਹਾ, ਅਰਦਾਸ ਕਰਦਾ ਕਿ ਮਹਾਰਾਜ ਵੀ ਜਾਨ ਬਖਸ਼ ਦਿਓ। ਜ਼ਿੰਦਗੀ ਬਹੁਤ ਦੁੱਖ ਤਕਲੀਫਾਂ ਆ, ਮੇਰੀ ਤਕਲੀਫ ਬਖਸ਼ੋ ਮਹਾਰਾਜ ਜੀ, ਇੱਦਾਂ ਗੱਲ ਕਰਦਾ ਮੈਂ। ਅਤੇ ਰੱਬ ਦੀ ਕਿਰਪਾ, ਉਹ ਪਰਮਾਤਮਾ ਜਿਹੜਾ ਵੱਡਾ, ਸਭ ਤੋਂ ਵੱਡਾ ਆ। ਦੇਖੋ ਇੱਦਾਂ ਮੈਂ ਆਪਣੇ ਸੁਪਨੇ ਵਿੱਚ ਉਹਨਾਂ ਨੂੰ ਅਰਦਾਸ ਕਰਦਾ ਜਦੋਂ ਬੇਹੋਸ਼ ਹੁੰਦਾ। ਅਤੇ ਸੁਪਨੇ ਵਿੱਚ ਹੀ ਸੰਤ ਉੱਥੋਂ ਉਹ ਮੂਰਤੀ ਦੇ ਪਿੱਛੋਂ ਆਉਂਦੇ ਆ ਮੰਦਿਰ ਵਿੱਚ, ਅਤੇ ਮੈਨੂੰ ਕਹਿੰਦੇ ਉਹ ਤੂੰ ਇੱਥੇ ਹੀ ਕਰਦਾ। ਮੈਂ ਕਿਹਾ ਮਹਾਰਾਜ ਜੀ ਮੱਥਾ ਟੇਕਣ ਆਇਆ ਸੀਗਾ, ਬਈ ਪ੍ਰੋਬਲਮ ਹੋ ਗਈ, ਬਿਮਾਰ ਹੋ ਗਿਆ, ਵੀ ਸਿਹਤ, ਮੈਂ ਅਰਦਾਸ ਕਰਨ ਆਇਆ ਸੀ। ਅਤੇ ਉਹ ਉੱਧਰੋਂ ਮੈਂ ਬੇਹੋਸ਼ ਹੋ ਜਾਂਦਾ ਅਤੇ ਉੱਧਰੋਂ ਮੇਰਾ ਸੰਤ ਹੱਥ ਫੜ ਲੈਂਦੇ, ਸਰਵਨਦਾਸ ਮਹਾਰਾਜ ਹੱਥ ਫੜ ਕੇ ਮੈਨੂੰ ਕਹਿੰਦੇ ਆ ਇੱਧਰ ਮੇਰੇ ਨਾਲ, ਇੱਥੇ ਹੀ ਕਰਦਾ ਤੂੰ।
ਉਹ ਮੈਨੂੰ ਲੈ ਜਾਂਦੇ ਆ, ਉਹ ਮੈਨੂੰ ਮੰਦਰ ਤੋਂ ਲੈ ਜਾਂਦੇ ਕਿਤੇ ਹੋਰ ਕਿਸੇ ਪਿੰਡ, ਕਹਿੰਦੇ ਆ ਤੈਨੂੰ ਮੈਂ ਘੁਮਾ ਕੇ ਲੈ ਕੇ ਆਉਣਾ। ਮੈਨੂੰ ਘੁਮਾਉਂਦੇ ਫਿਰਾਉਂਦੇ ਉੱਥੇ ਸਾਰਾ ਮੈਨੂੰ ਸਮਝਾਉਂਦੇ, ਰਸਤੇ ਵਿੱਚ ਗੱਲਾਂ ਬਾਤਾਂ ਮੇਰੇ ਨਾਲ ਕਰਦੇ ਆ। ਉਹ ਜਿੰਨੇ ਦਿਨ ਮੈਂ ਮਤਲਬ ITU ਵਿੱਚ ਰਿਹਾ, ਇਹ ਤਾਂ ਹੁਣ ਦੇਖਣ ਵਾਲੇ ਦੱਸਦੇ ਜਿਹੜੇ ਉੱਥੇ ਸੀਗੇ, ਕਿ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਇਹ ਬਚ ਨਹੀਂ ਸਕਦਾ। ਅਸਲ ਵਿੱਚ ਮੈਂ ਉਸ ਟਾਈਮ 'ਤੇ ਮੈਂ ਲਾਈਫ ਸਪੋਰਟ 'ਤੇ ਲੱਗਾ ਹੋਇਆ ਸੀ। ਮੇਰੀ ਬੋਡੀ, ਜਿਹੜੇ ਬਾਹਰ ਸੀਗੇ ਡਾਕਟਰ ਸੀਗੇ ਜਾਂ ਜਿਹੜੇ ਮੇਰੇ ਰਿਸ਼ਤੇਦਾਰ ਸੀਗੇ ਜਾਂ ਮੇਰੇ ਘਰ ਦੇ ਸੀਗੇ, ਉਹਨਾਂ ਨੂੰ ਤਾਂ ਇਹ ਸੀਗਾ ਪਿਆ ਹੋਇਆ ਕਿ ਉਹ ਸਭ ਰੋਂਦੇ ਸੀਗੇ ਕਿ ਨਹੀਂ ਹੁਣ ਬਚਣਾ ਨਹੀਂ। ਪਰ ਮੈਂ ਅਸਲ ਵਿੱਚ ਉਸ ਵੇਲੇ ਆਪਣੀ ਨੀਂਦ ਵਿੱਚ, ਸੁਪਨੇ ਵਿੱਚ, ਨਜ਼ਾਰੇ ਵਿੱਚ ਸੀਗਾ, ਸੰਤਾਂ ਨਾਲ ਘੁੰਮਦਾ ਫਿਰਦਾ ਸੀਗਾ। ਉਹ ਵਧੀਆ ਮੈਨੂੰ ਘੁਮਾਉਂਦੇ ਫਿਰਾਉਂਦੇ, ਨਾਲੇ ਮੈਨੂੰ ਗੁਰਬਾਣੀ ਬਾਰੇ ਦੱਸਦੇ ਸੀਗੇ, ਪਰਮਾਤਮਾ ਦੀਆਂ ਗੱਲਾਂ ਬਾਰੇ ਦੱਸਦੇ ਸੀ ਮੈਨੂੰ। ਦੇਖੋ ਰੱਬ ਦੀ ਮਰਜ਼ੀ। ਡਾਕਟਰਾਂ ਨੇ ਕਈ ਵਾਰੀ ਸੋਚਿਆ ਕਿ ਨਹੀਂ ਇਹ ਹੁਣ ਮਤਲਬ ਇਹ ਬਚ ਨਹੀਂ ਸਕਦਾ, ਵੀ ਇਹਦੀ ਲਾਈਫ ਸਪੋਰਟ ਜਿਹੜੀ ਉਹ ਬੰਦ ਕਰਨੀ ਚਾਹੀਦੀ ਹੁਣ ਸਾਨੂੰ, ਸੋ ਲੈਟ ਹਿਮ ਗੋ, ਡੋਂਟ ਵਰੀ। ਪਰ ਫਿਰ ਜਦੋਂ ਵੀ ਕਹਿੰਦੇ ਉਹ ਕੁਛ ਹੁੰਦਾ, ਇੱਦਾਂ ਸੋਚਦੇ ਸੀਗੇ, ਫਿਰ ਵੀ ਉਹਨਾਂ ਨੇ ਚਲੋ ਥੋੜ੍ਹਾ ਟਾਈਮ ਦਿੱਤਾ ਵੀ ਇੱਕ ਵਾਰੀ ਹੋਰ ਦੇਖਦੇ ਹਾਂ। ਕਾਰਡੀਓ ਅਰੈਸਟ ਵਾਲੀ ਟੀਮ ਆ ਗਈ, ਸਾਰੇ ਆ ਗਏ। ਉਹ ਜੋ ਕਰਦੇ ਡਾਕਟਰ ਕਰਦੇ ਰਹੇ, ਉਹਨੇ ਸਾਰੀ ਬਹੁਤ ਮਿਹਨਤ ਕੀਤੀ। ਔਰ ਮੈਨੂੰ ਇੱਦਾਂ ਸੀ ਸੁਪਨੇ ਵਿੱਚ ਮੈਂ ਦੇਖ ਸਕਦਾ ਸੀਗਾ ਕਿ ਉਹ ਮੇਰੇ ਬ੍ਰੇਨ ਦਾ ਸਰਜਰੀ ਕਰਦੇ ਆ ਅਤੇ ਸੰਤ ਉੱਥੇ ਖੂੰਜੇ ਵਿੱਚ ਬੈਠੇ ਮੈਂ ਦਿਸਦੇ ਸੀਗੇ ਮੈਨੂੰ। ਸੁਪਨਾ ਮਤਲਬ ਇੱਦਾਂ ਚੱਲਦਾ ਸੀ। ਉਹ ਸੁਪਨੇ ਨੇ ਮੇਰਾ ਜਿਹੜਾ ਦਿਮਾਗ ਆ ਜਿੰਦਾ ਰੱਖਿਆ, ਚੱਲਦਾ ਰੱਖਿਆ। ਅਤੇ ਜਦੋਂ ਮੈਨੂੰ ਹੋਸ਼ ਆਈ ਆ, ਜਦੋਂ ਸਾਹ ਮੈਨੂੰ ਪਤਾ ਮੈਨੂੰ ਇੱਦਾਂ ਵੀ ਸੀਗਾ ਕਿ ਜਿਹੜੇ ਲੋਕ ਲਾਗੇ ਬੋਲਦੇ ਸੀ, ਮੈਨੂੰ ਮਿਲਣ ਲਾਉਂਦੇ ਸੀ, ਮੈਂ ਦੇਖ ਤਾਂ ਨਹੀਂ ਸਕਦਾ ਸੀਗਾ, ਅੱਖਾਂ ਬੰਦ ਸੀਗੀਆਂ, ਪਰ ਮੈਨੂੰ ਆਵਾਜ਼ਾਂ ਸੁਣਦੀਆਂ ਸਾਰਿਆਂ ਦੀਆਂ। ਮੈਨੂੰ ਪਤਾ ਸੀਗਾ ਕੌਣ ਕੌਣ ਆਉਂਦਾ, ਆਵਾਜ਼ ਮੈਨੂੰ ਸੁਣਦੀ ਸੀ, ਆਵਾਜ਼ ਪਛਾਣਦਾ ਵੀ ਸੀਗਾ ਮੈਂ। ਫਿਰ ਜਿਹੜਾ ਉੱਥੇ ਸਟਾਫ ਕੰਮ ਕਰਦਾ ਸੀ, ਸਾਰਿਆਂ ਦੀਆਂ ਆਵਾਜ਼ਾਂ ਮੈਨੂੰ ਯਾਦ ਆ ਪੂਰੀਆਂ ਹਜੇ ਵੀ। ਉੱਧਰੋਂ ਮੈਨੂੰ ਹੋਸ਼ ਆਈ ਅਤੇ ਉੱਧਰੋਂ ਮੈਨੂੰ ਸੰਤਾਂ ਨੇ ਹੱਥ ਮੇਰਾ ਛੱਡ ਦਿੱਤਾ। ਸੁਪਨਾ ਜਿੱਦਾਂ ਬੰਦ ਹੋ ਗਿਆ ਅਤੇ ਮੈਂ ਰੀਅਲ ਲਾਈਫ 'ਚ ਆ ਗਿਆ। ਇਹਨੂੰ ਉਸ ਪਰਮਾਤਮਾ ਦੀ ਖੇਡ ਕਹਿ ਸਕਦੇ ਹਾਂ, ਇਹਨੂੰ ਅਸੀਂ ਗੁਰਬਾਣੀ ਦੀ ਸ਼ਕਤੀ ਕਹਿ ਸਕਦੇ ਹਾਂ, ਜਿਹਨੂੰ ਅਸੀਂ ਨਾਮ ਦੀ ਸ਼ਕਤੀ ਕਹਿ ਸਕਦੇ ਹਾਂ, ਕਿ ਉਸ ਚੀਜ਼ ਨੇ ਮੇਰੇ ਦਿਮਾਗ ਨੂੰ ਚੱਲਦਾ ਰੱਖਿਆ। ਔਰ ਡਾਕਟਰ ਵੀ ਹੈਰਾਨ ਹੋ ਗਏ, ਮੇਰੇ ਜਿਹੜੇ ਆਪਣੇ ਰਿਸ਼ਤੇਦਾਰ ਸੀਗੇ ਸਾਰੇ ਹੈਰਾਨ ਹੋਏ ਕਿ ਦੇਖੋ ਕਿੱਥੋਂ ਮੁੜ ਕੇ ਆਇਆ। ਹੁਣ ਮੈਂ ਅਸਲੀ ਗੱਲ ਕਰਨ ਲੱਗਾ ਕਿ ਮੈਂ ਇਕੱਲਾ ਸੰਤਾਂ ਨੂੰ ਨਹੀਂ ਮਿਲਿਆ ਉਸ ਵੇਲੇ ਸੁਪਨੇ ਵਿੱਚ। ਸੁਪਨੇ ਵਿੱਚ ਮੈਂ ਗਾਂਹ ਵਾਲਾ ਜਿਹੜਾ ਜੀਵਨ ਹੈ ਉਹ ਦੇਖ ਕੇ ਆਇਆ। ਇਹ ਹੁਣ ਮੈਨੂੰ ਪਤਾ ਨਹੀਂ ਕਿ ਮੈਂ ਸਹੀ ਹਾਂ ਗਲਤ ਹਾਂ, ਪਰ ਜੋ ਮੈਨੂੰ ਸੁਪਨਾ ਦਿਸਿਆ, ਜੋ ਮੈਂ ਉਸ ਵੇਲੇ ਮਹਿਸੂਸ ਕੀਤਾ ਜਾਂ ਮੈਂ ਦਿਖਾਈ ਦਿੱਤਾ ਮੈਨੂੰ, ਉਹ ਮੈਂ ਦੱਸਦਾ। ਆਪਣੀ ਜ਼ਿੰਦਗੀ ਤੋਂ ਬਾਅਦ ਵੀ ਇੱਕ ਜ਼ਿੰਦਗੀ ਹੈਗੀ ਆ, ਔਰ ਉਹ ਜ਼ਿੰਦਗੀ ਉਹ ਆ ਜਿਹੜੀ ਸਾਡੀ ਆਤਮਾ ਨੂੰ ਮਿਲਦੀ ਆ। ਜਦੋਂ ਸਾਡੀ ਆਤਮਾ ਵਧੀਆ ਪਰਮਾਤਮਾ ਵਿੱਚ ਲੀਨ ਹੁੰਦੀ ਜਾ ਕੇ, ਉੱਥੇ ਕੋਈ ਬਿਲਕੁਲ ਸ਼ਾਂਤੀ, ਔਰ ਤੁਸੀਂ ਨਜ਼ਾਰੇ ਵਿੱਚ ਆ ਜਾਂਦੇ, ਬੰਦਾ ਐਨ ਨਜ਼ਾਰੇ ਵਿੱਚ ਚਲ ਜਾਂਦਾ। ਉਹ ਘੁੰਮਦਾ ਫਿਰਦਾ, ਉਹਨੂੰ ਕੋਈ ਉਹਨੂੰ ਦੁੱਖ ਤਕਲੀਫ ਨਹੀਂ ਹੁੰਦਾ, ਫਿਰ ਉਹਨੂੰ ਕੁਛ ਵੀ। ਔਰ ਉੱਥੇ ਜਿੱਥੇ ਤੱਕ ਮੇਰੇ ਸਮਝ ਲੱਗੀ ਕਿ ਸਾਡੀ ਜਿਹੜੀ ਆਤਮਾ ਆ ਨਾ, ਜਿਹਨੂੰ ਅਸੀਂ ਸੌਲ ਕਹਿੰਦੇ, ਇਹ ਸਾਡੀ ਆਤਮਾ ਸਿਮਿਲਰ ਸਰੀਰ ਅਤੇ ਸਿਮਿਲਰ ਇਨਸਾਨ ਲੱਭਦੀ, ਇਨਸਾਨੀ ਜਾਮਾ ਲੱਭਦੀ ਆ, ਔਰ ਉਹ ਉਸ ਇਨਸਾਨੀ ਜਾਮੇ ਵਿੱਚ ਦੁਬਾਰਾ ਆ ਜਾਂਦੀ ਆ। ਔਰ ਉਹ ਆਤਮਾ ਜਿਹੜੀ ਉਹ ਜਨਮ ਮਰਨ ਦੇ ਚੱਕਰ 'ਚੋਂ ਮੁਕਤ ਹੁੰਦੀ ਆ। ਆਤਮਾ ਅਮਰ ਹੁੰਦੀ, ਇਨਸਾਨ ਅਮਰ ਨਹੀਂ ਹੁੰਦਾ। ਸੋ ਮੈਂ ਬਹੁਤ ਕੁਛ ਜੋ ਮੈਨੂੰ ਫੀਲ ਹੋਇਆ, ਜੋ ਸਮਝਿਆ, ਤਾਂ ਫਿਰ ਮੈਂ ਇਹੀ ਸਮਝਿਆ। ਜਦੋਂ ਫਿਰ ਮੈਂ ਮਾੜਾ ਮਾੜਾ ਠੀਕ ਹੋਣ ਲੱਗਾ, ਮੈਨੂੰ ਇਹ ਗੱਲ ਬਹੁਤ ਸਤਾਈ ਗਈ ਕਿ ਦੇਖੋ ਮੇਰੇ ਨਾਲ ਹੋਇਆ ਕਿ ਕਿੱਦਾਂ ਹੋਇਆ, ਇਹ ਕੀ ਹੋਇਆ। ਤਾਂ ਇਸ ਗੱਲ ਨੂੰ ਸਮਝਣ ਲਈ ਮੈਂ ਬਹੁਤ ਸਾਰੇ ਜਿਹੜੇ ਧਰਮਾਂ ਦੀ ਜਾਂ ਅਧਿਆਤਮਿਕ ਚੀਜ਼ਾਂ ਦੀ ਅਧਿਐਨ ਕਰਨਾ ਸ਼ੁਰੂ ਕੀਤਾ, ਪੜ੍ਹਨਾ ਸ਼ੁਰੂ ਕੀਤਾ, ਗੁਰਬਾਣੀ ਦੁਆਰਾ ਸਮਝਣ ਦੀ ਟਰਾਈ ਕਰਨੀ ਸ਼ੁਰੂ ਕੀਤੀ। ਫਿਰ ਗੁਰੂ ਰਵਿਦਾਸ ਮਹਾਰਾਜ ਦਾ ਇੱਕ ਸ਼ਬਦ ਮੇਰੇ ਮੂਹਰੇ ਬਾਰ ਬਾਰ ਆਈ ਗਿਆ,
ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਮੈਂ ਇਹ ਗੱਲ ਫਿਰ ਸਮਝ ਲੱਗੀ ਕਿ ਦੇਖੋ, ਗੁਰੂ ਰਵਿਦਾਸ ਮਹਾਰਾਜ ਜੀ ਨੇ 600 ਸਾਲ ਤੋਂ ਜ਼ਿਆਦਾ ਪਹਿਲਾਂ ਇਹ ਗੱਲ ਦੱਸਤੀ ਕਿ ਸਾਡੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਜੇ ਸੱਚੇ ਮਨ ਨਾਲ ਉਹਨੂੰ ਯਾਦ ਕਰਦੇ ਹਾਂ ਤਾਂ ਉਹ ਸਾਡੇ ਹਾਜ਼ਰ ਨਾਜ਼ਰ ਹੁੰਦਾ। ਅਸੀਂ ਕੀ ਕਰਦੇ ਹਾਂ, ਸਾਡੀ ਗਲਤੀ ਕਿੱਥੇ ਹੁੰਦੀ ਆ ਕਿ ਅਸੀਂ ਪਿਕਚਰਾਂ ਨੂੰ ਰੱਬ ਮੰਨਣ ਲੱਗ ਜਾਂਦੇ। ਅਸੀਂ ਮੱਥਾ ਟੇਕਣ ਨੂੰ ਕਿਸੇ ਸਾਧੂ ਸੰਤ ਨੂੰ ਮੱਥਾ ਟੇਕ ਲਿਆ, ਅਸੀਂ ਉਹਨੂੰ ਸਮਝ ਲੈਂਦੇ ਕਿ ਇਹ ਰੱਬ ਆ ਬਸ। ਨਹੀਂ, ਪਰਮਾਤਮਾ ਬਹੁਤ ਵਿਸ਼ਾਲ ਹੈ। ਉਹ ਹਰ ਚੀਜ਼ ਪਰਮਾਤਮਾ ਜੋ ਸਾਨੂੰ ਸਾਹਮਣੇ ਦਿਸਦੀ ਆ, ਕੁਦਰਤ ਹੋਵੇ, ਹਵਾ ਪਾਣੀ ਹੋਵੇ, ਦਰਖਤ ਹੋਣ, ਫਰੂਟ ਹੋਵੇ, ਫਸਲਾਂ ਹੋਣ, ਨੇਚਰ ਦੇ ਜਿੰਨੇ ਸਰੋਤ ਹੈਗੇ ਸਭ ਪਰਮਾਤਮਾ ਦਾ ਰੂਪ ਆ। ਅਸੀਂ ਇਹ ਸਭ ਦੀ ਰਿਸਪੈਕਟ ਕਰੀਏ ਤਾਂ ਅਸੀਂ ਸਭ ਕਾਮਯਾਬ ਆ। ਆਹ 3 ਸਾਲ ਬੈੱਡ 'ਤੇ ਪਏ ਨੂੰ ਮੈਂ ਫਿਰ ਬਹੁਤ ਚੰਗੀ ਤਰ੍ਹਾਂ ਸਟੱਡੀ ਕੀਤੀ ਔਰ ਮੈਂ ਇਹ ਸਮਝਿਆ ਕਿ ਨਹੀਂ, ਜਿਹੜੀ ਜ਼ਿੰਦਗੀ ਹੁਣ ਹੈਗੀ ਆ ਉਹ ਸਮਾਜ ਭਲਾਈ ਲਈ ਲਾਉਣੀ ਆ। ਜਿੱਥੇ ਕਿਸੇ ਨਾਲ ਕੋਈ ਧੱਕਾ ਹੁੰਦਾ ਉਹਦੇ ਲਈ ਖੜਨਾ, ਪਹਿਲਾਂ ਵੀ ਖੜਦੇ ਸੀ, ਹੁਣ ਪ੍ਰੋਪਰਲੀ ਖੜਨਾ। ਪੈਸੇ ਮਗਰ ਪਾਗਲਾਂ ਵਾਂਗੂ ਨਹੀਂ ਭੱਜਣਾ। ਹੁਣ ਪਹਿਲਾਂ ਮੈਂ ਪੈਸੇ ਕਮਾਉਣ ਦੇ ਚੱਕਰ 'ਚ ਬਹੁਤ ਆਪਣੇ ਆਪ ਨੂੰ ਖਰਾਬ ਕੀਤਾ, ਹੁਣ ਪੈਸੇ ਕਮਾਉਣ ਦੇ ਚੱਕਰ ਵੱਲ ਨਹੀਂ ਜਾਣਾ। ਜੇ ਕਮਾਏ ਵੀ ਤਾਂ ਉਹ ਸਮਾਜ ਭਲਾਈ ਲਈ ਖਰਚਣੇ, ਕਿਸੇ ਦੀ ਹੈਲਪ ਲਈ ਖਰਚਣੇ ਆ। ਤੰਗੀਆਂ ਬਹੁਤ ਦੇਖੀਆਂ ਆਹ 3 ਸਾਲ ਦੇ ਵਿੱਚ, ਪਰ ਇੱਕ ਗੱਲ ਹੋਰ ਪੱਕੀ ਆ, ਜਿਹੜੇ ਤੁਹਾਡੇ ਬਹੁਤ ਕਲੋਜ਼ ਹੁੰਦੇ ਨਾ, ਤੁਸੀਂ ਸਮਝਦੇ ਕਿ ਸਾਡਾ ਇਹ ਬਹੁਤ ਖਾਸ ਆ, ਸਭ ਤੋਂ ਪਹਿਲਾਂ ਤੁਹਾਨੂੰ ਉਹੀ ਛੱਡਦੇ। ਇਹ ਮੇਰੇ ਨਾਲ ਆਪਣੇ ਨਾਲ ਹੋਈ ਆ, ਔਰ ਤੁਹਾਨੂੰ ਛੱਡਦੇ ਵੀ ਆ ਔਰ ਤੁਹਾਡੇ 'ਤੇ ਆਸਾਨ ਵੀ ਕਰਦੇ ਆ ਕਿ ਅਸੀਂ ਤੇਰੀ ਗਲਤੀ ਕਰਕੇ ਤੈਨੂੰ ਛੱਡਿਆ। ਬੰਦਾ ਮਰਨ ਕੰਢੇ ਪਿਆ ਹੋਵੇ, ਉਹ ਆਪਣਾ ਸਾਰਾ ਕੁਝ ਲੁਟਾ ਚੁੱਕਾ ਹੋਵੇ, ਅਤੇ ਤੁਹਾਡੇ ਜਿਹੜੇ ਤੁਸੀਂ ਜਿਹਨਾਂ ਨੂੰ ਸਮਝਦੇ ਕਿ ਮੇਰੇ ਬਹੁਤ ਪਿਆਰੇ ਆ, ਉਹ ਤੁਹਾਨੂੰ ਛੱਡ ਕੇ ਚੱਲ ਜਾਣ। ਇਹ ਤੋਂ ਵੱਡੀ ਬਦਕਿਸਮਤੀ ਹੋਰ ਕੁਛ ਨਹੀਂ। ਮੈਂ ਬਹੁਤ ਕੁਛ ਗਵਾਇਆ 3 ਸਾਲ ਦੇ ਵਿੱਚ, ਹਰ ਪੈਸਾ ਗਵਾ ਲਿਆ, ਆਪਣਾ ਬਿਜ਼ਨਸ ਗਵਾਇਆ, ਘਰ ਗਵਾਇਆ, ਸਭ ਕੁਛ ਗਵਾਇਆ, ਪਰ ਇੱਕ ਹਿੰਮਤ ਨਹੀਂ ਛੱਡੀ। ਕਿੱਥੇ ਮੈਨੂੰ ਲਿਫਟ ਨਾਲ ਚੁੱਕਦੇ ਸੀਗੇ, ਰੱਖਦੇ ਸੀਗੇ, ਬਿਠਾਉਂਦੇ ਸੀ, ਖੜ੍ਹਾ ਕਰਦੇ ਸੀ, ਅਤੇ ਹੁਣ ਮੈਂ ਇੰਡੀਪੈਂਡੈਂਟਲੀ ਤੁਰ ਫਿਰ ਸਕਦਾ, ਅੰਦਰ ਆਪਣੇ ਕੰਮ ਆਪ ਕਰ ਸਕਦਾ। ਇਹ ਉਸ ਪਰਮਾਤਮਾ ਦੀ ਕਿਰਪਾ ਔਰ ਆਪਣੀ ਮਿਹਨਤ ਆ। ਸੋ ਮੈਂ ਇੰਨੀ ਗੱਲ ਕਰਨੀ ਸੀ ਕਿ ਦੇਖੋ, ਅਸੀਂ ਭੂਤ ਫੇਰੀ ਵਿੱਚੋਂ ਬਾਹਰ ਨਿਕਲੀਏ, ਆਪਣੇ ਕੰਮਾਂ ਨੂੰ ਆਪ ਸਵਾਰਨੇ ਸ਼ੁਰੂ ਕਰੀਏ। ਰੱਬ ਸਾਡੀ ਮਦਦ ਤਾਂ ਕਰੂਗਾ ਜੇ ਅਸੀਂ ਆਪਣੀ ਮਦਦ ਆਪ ਕਰਾਂਗੇ। ਇੰਨੀ ਗੱਲ ਕਰਨੀ ਸੀ। ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ।